अस्सलाम वालेकुम। उम्मीद है तुसीं सब खैरियत ना होगे ते मैं भी खैरियत दे नाल हां। ते अज्ज जेह्ड़ा साढ़े किचन च बन रहे हैं गोश्त पालक, ते उम्मीद है तुहानूं इहदी रेसिपी अच्छी लगेगी। ते आओ फिर बनांदे हां पालक गोश्त। सब तो पहले असीं थोड़ा जिहा घी लै लैना ते घी विच साबुत मसाले डाल के थोड़ा जिहा फ्राई करने। साबुत मसाले विच आ जांदा है इलायची, वड्डी इलायची, थोड़े ਜਿਹੇ आगे लौंग ते काली मिर्च। ਉਸ ਤੋਂ ਬਾਅਦ ਜਿਹੜਾ ਗੋਸ਼ਤ ਹੈ ਉਹ ਅਸੀਂ ਡਾਲ ਕੇ ਤੇ ਉਹਨੂੰ ਵੀ ਨਾਲ ਫਰਾਈ ਕਰਨਾ ਹੈ। ਹੁਣ ਇਹਦੇ ਨਾਲ ਕੀ ਹੁੰਦਾ ਹੈ, ਇਹਦੇ ਨਾਲ ਇਹ ਹੁੰਦਾ ਹੈ ਕਿ ਜਿਹੜੇ ਗੋਸ਼ਤ ਦੀ ਸਮੈਲ ਹੁੰਦੀ ਹੈ ਨਾ, ਤੇ ਉਹਦੇ ਨਾਲ ਫਰਾਈ ਕਰਨ ਨਾਲ, ਦੂਸਰਾ ਇਹਦੇ ਸਾਬਤ ਮਸਾਲੇ ਐਡ ਕਰਨ ਦੇ ਨਾਲ ਇਹਦੀ ਸਮੈਲ ਦੂਰ ਹੋ ਜਾਂਦੀ ਹੈ। ਤੇ ਹੁਣ ਅਸੀਂ ਅੱਛੇ ਤਰੀਕੇ ਨਾਲ ਇਹਨੂੰ ਫਰਾਈ ਕਰ ਲੈਣਾ। ਚਿਕਨ ਜਿਹੜਾ ਹੈ ਉਹ ਹਾਫ ਫਰਾਈ ਨਾ ਹੋ ਜਾਂਦਾ ਹੈ, ਠੀਕ ਹੈ। ਇਹਨੂੰ ਹਾਫ ਫਰਾਈ ਕਰ ਲੈਣਾ ਤੇ ਉਸ ਤੋਂ ਬਾਅਦ ਇਹਨੂੰ ਸਾਈਡ 'ਤੇ ਬਰਤਨ 'ਚ ਨਿਕਾਲ ਲੈਣਾ। ਤੇ ਹੁਣ ਅਸੀਂ ਇਹਨੂੰ ਬਰਤਨ 'ਚ ਨਿਕਾਲ ਲਵਾਂਗੇ ਤੇ ਫਿਰ ਜਿਹੜਾ ਉਹੀ ਘੀ ਆ ਉਹਦੇ ਵਿੱਚ ਅਸੀਂ 2 ਛੋਟੇ ਬਰੀਕ ਕੱਟੇ ਹੋਏ ਪਿਆਜ਼ ਡਾਲਾਂਗੇ ਤੇ ਫਿਰ ਇਹਨੂੰ ਅਸੀਂ ਅੱਛੇ ਤਰੀਕੇ ਨਾਲ ਫਰਾਈ ਕਰ ਲਾਂਗੇ। ਇਹਨੂੰ ਜ਼ਿਆਦਾ ਤੱਕ ਗੋਲਡਨ ਬਰਾਊਨ ਨਹੀਂ ਕਰਨਾ, ਬਸ ਹਲਕਾ ਜਿਹਾ ਇਹਨੂੰ, ਜਿੱਦਾਂ ਅਸੀਂ ਪਿਆਜ਼ ਨੂੰ ਹਲਕਾ ਜਿਹਾ ਫਰਾਈ ਕਰੀਦਾ ਨਾ, ਉੱਦਾਂ ਇਹਨੂੰ ਫਰਾਈ ਕਰ ਲੈਣਾ। ਤੇ ਹਾਂਡੀ ਮੈਂ ਲੱਕੜੀ ਦੀ ਅੱਗ 'ਤੇ ਬਣਾ ਰਹੀ ਹਾਂ, ਇਸ ਵਾਸਤੇ ਇਹ ਜਲਦੀ ਹੋ ਜਾਂਦਾ ਹੈ। ਤੇ ਉਹ ਨੀਚੇ ਜਿਹੜਾ ਨਾ ਹਲਕਾ ਜਿਹਾ ਬਰਤਨ ਵੀ ਥੋੜ੍ਹਾ ਜਿਹਾ ਜਲ ਗਿਆ। ਅਦਰਕ ਲਸਣ ਦਾ ਪੇਸਟ ਡਾਲ ਦਿੱਤਾ ਹੈ, ਐਡ ਕਰ ਦਿੱਤਾ ਹੈ। ਉਸ ਤੋਂ ਬਾਅਦ ਇਹਨੂੰ ਥੋੜ੍ਹਾ ਜਿਹਾ ਫਰਾਈ ਕਰ ਲੈਣਾ ਹੈ। ਅਦਰਕ ਲਸਣ ਦੀ ਜਦੋਂ ਅਸੀਂ ਡਾਲਦੇ ਹਾਂ ਨਾ ਤੇ ਉਹਦੀ ਖੁਸ਼ਬੂ ਬੜੀ ਖੂਬਸੂਰਤ ਆਉਂਦੀ ਹੈ, ਮੈਨੂੰ ਤਾਂ ਬਹੁਤ ਪਸੰਦ ਆ। ਤੇ 2 ਬੜੇ ਟਮਾਟਰ ਬਰੀਕ ਕੱਟੇ ਹੋਏ ਡਾਲ ਦਿੱਤੇ ਨੇ ਇਹਦੇ 'ਚ, ਉਹ ਵੀ ਨਾਲੇ ਅਸੀਂ ਫਰਾਈ ਕਰ ਲਾਂਗੇ। ਤੇ ਫਿਰ ਸਾਨੂੰ ਜ਼ਿਆਦਾ ਮਸਾਲੇ ਨੂੰ ਗਲਾਉਣ ਵਾਸਤੇ ਪਾਣੀ ਡਾਲਣ ਦੀ ਜ਼ਰੂਰਤ ਨਹੀਂ ਹੁੰਦੀ, ਜਦੋਂ ਅਸੀਂ ਘੀ 'ਚ ਇਹਨਾਂ ਸਭ ਨੂੰ ਫਰਾਈ ਕਰ ਲਈਦਾ ਹੈ, ਠੀਕ ਹੈ। ਮਸਾਲਾ ਸਾਡਾ ਰੈਡੀ ਹੋ ਚੁੱਕਿਆ ਹੈ ਤੇ ਇਹਦੇ ਵਿੱਚ ਅਸੀਂ 1 ਚਮਚ ਮਿਰਚ ਡਾਲ ਦਿੱਤੀ ਹੈ ਤੇ ਇਹਦੇ ਨਾਲ ਹੀ ਅਸੀਂ 1 ਚਮਚ ਜਿਹੜਾ ਨਮਕ ਡਾਲ ਦੇਣਾ ਤੇ ਇਹਨੂੰ ਅੱਛੇ ਤਰੀਕੇ ਦੇ ਨਾਲ ਅਸੀਂ ਮਿਕਸ ਕਰ ਲਾਂਗੇ। ਅੱਛੇ ਤਰੀਕੇ ਨਾਲ ਇਹਨੂੰ ਮਿਕਸ ਕਰਨ ਤੋਂ ਬਾਅਦ ਇਹਦੇ ਵਿੱਚ 1/4 ਜਿਹੜਾ ਗਲਾਸ ਹੈ ਨਾ ਉਹ ਪਾਣੀ ਦਾ ਡਾਲਣਾ ਹੈ, ਤਾਂ ਕਿ ਜਿਹੜੀ ਮਿਰਚ ਹੈ ਨਾ ਉਹ ਕੱਚੀ ਨਾ ਰਹੇ। ਤੇ ਪਾਣੀ ਇਹਦੇ ਵਿੱਚ ਐਡ ਕਰਕੇ ਤੇ ਅਸੀਂ ਇਹਨੂੰ 1 ਮਿੰਟ ਜਾਂ ਹੱਦ 1.5 ਮਿੰਟ ਤੱਕ ਇਹਨੂੰ ਡਾਮ ਦੇਣਾ, ਤਾਂ ਕਿ ਇਹਦੇ ਵਿੱਚ ਜਿਹੜੀਆਂ ਸਾਰੀਆਂ ਚੀਜ਼ਾਂ ਉਹਨਾਂ ਦਾ ਮਿਕਸਚਰ ਵੀ ਅੱਛੇ ਤਰੀਕੇ ਨਾਲ ਮਿਕਸ ਹੋ ਜਾਏ। ਦੂਸਰਾ ਜਿਹੜਾ ਥੋੜ੍ਹਾ ਜਿਹਾ ਇਹਦੇ ਵਿੱਚ ਗਲਾਵਟ ਦਾ ਇੰਤਜ਼ਾਮ ਹੈ ਉਹ ਵੀ ਠੀਕ ਹੋ ਜਾਏ। 1 ਮਿੰਟ ਬਾਅਦ ਇਹਦਾ ਬਿਲਕੁਲ ਜਿਹੜਾ ਸੀ ਘੀ ਵੀ ਨਿਕਲ ਆਇਆ ਸੀ, ਇਹਨੂੰ ਥੋੜ੍ਹਾ ਜਿਹਾ ਅਸੀਂ ਭੁੰਨ ਲਵਾਂਗੇ ਤੇ ਇਹਨੂੰ ਘੀ 'ਚ ਨਿਕਲ ਆਏ। ਉਸ ਤੋਂ ਬਾਅਦ ਅਸੀਂ ਜਿਹੜਾ ਫਰਾਈ ਕੀਤਾ ਹੋਇਆ ਗੋਸ਼ਤ ਸੀ, ਚਿਕਨ ਸੀ, ਉਹ ਇਹਦੇ 'ਚ ਐਡ ਕਰ ਦੇਣਾ। ਚਿਕਨ ਨੂੰ ਅੱਛੇ ਤਰੀਕੇ ਨਾਲ ਇਹਨੂੰ ਮਿਕਸ ਕਰ ਲੈਣਾ, ਜਿੰਨਾ ਵੀ ਸਾਡਾ ਮਸਾਲਾ ਹੈ। ਤੇ ਅਸੀਂ ਹੁਣ ਚਿਕਨ ਦੀ ਗਲਾਵਟ ਕਰਨੀ ਹੈ। ਇੱਥੇ ਚਿਕਨ ਦੀ ਗਲਾਵਟ ਕਰਨ ਵਾਸਤੇ ਪਹਿਲੇ ਅਸੀਂ ਅੱਛੇ ਤਰੀਕੇ ਨਾਲ ਇਹਨੂੰ ਮਿਕਸ ਕਰਨਾ ਹੈ, ਤਾਂ ਕਿ ਇਹਦੇ ਵਿੱਚ ਜਿਹੜੇ ਨਮਕ ਵਗੈਰਾ ਹੈ, ਮਿਰਚ ਇਹਦੇ ਵਿੱਚ ਮਿਕਸ ਹੋ ਜਾਏ। ਤੇ ਇਹਨੂੰ ਅਸੀਂ ਦਮ ਲਗਾਉਣਾ ਹੈ ਤਕਰੀਬਨ 10 ਤੋਂ 15 ਮਿੰਟ ਇਹਨੂੰ ਦਮ ਲਗਾ ਦੇਣਾ। ਤੇ ਦਮ ਤੋਂ ਬਾਅਦ ਜਿਹੜਾ ਇਹਦੇ ਵਿੱਚ ਗਲਾਵਟ ਸੀ ਉਹ ਵੀ ਕਾਫੀ ਬਿਹਤਰ ਹੋ ਗਈ ਹੈ। ਤੇ ਉਸ ਤੋਂ ਬਾਅਦ ਜਿਹੜੀ ਪਾਲਕ ਹੈ ਅਸੀਂ ਐਡ ਕਰ ਦੇਣੀ ਹੈ, ਤਾਂ ਕਿ ਜੋ ਇਹਦਾ ਜ਼ਿਆਦਾ ਗਲ ਵੀ ਨਾ ਜਾਏ ਤੇ ਜਿੰਨੀ ਵੀ ਗਲਾਵਟ ਆ ਉਹਦੀ ਪਾਣੀ ਦੇ ਨਾਲ ਤੇ ਜਿਹੜਾ ਪਾਲਕ ਵਿੱਚ ਵੀ ਜਿਹੜਾ ਮਸਾਲੇ ਵਗੈਰਾ ਵਾ ਉਹ ਐਡ ਹੋ ਜਾਣਗੇ, ਮਿਕਸ ਹੋ ਜਾਣਗੇ ਅੱਛੇ ਤਰੀਕੇ ਨਾਲ, ਰਚ ਬਸ ਜਾਣਗੇ ਤੇ ਇਹਦਾ ਜ਼ਾਇਕਾ ਟੇਸਟ ਵੀ ਜ਼ਿਆਦਾ ਆਏਗਾ ਜਦੋਂ ਇਹ ਦੋਨੇ ਇਕੱਠੀ ਚੀਜ਼ਾਂ ਪਕਣਗੀਆਂ। ਉਸ ਤੋਂ ਬਾਅਦ ਅਸੀਂ ਇਹਦੇ ਉੱਪਰ ਥੋੜ੍ਹਾ ਜਿਹਾ ਜਿਹੜਾ ਨਮਕ ਸੀ ਪਾਲਕ ਦਾ ਉਹ ਵੀ ਡਾਲ ਦਿੱਤਾ। ਤੁਸੀਂ ਵੀ ਹਸਬੇ ਜ਼ਰੂਰਤ ਜਿੰਨਾ ਤੁਸੀਂ ਪਸੰਦ ਕਰਦੇ ਹੋ ਨਮਕ ਮਿਰਚ ਡਾਲ ਦਿਓ। ਤੇ ਕਿੰਨੀ ਖੂਬਸੂਰਤ ਜਿਹੀ ਲੁੱਕ ਆ ਰਹੀ ਹੈ। ਤੇ ਇਹਦੇ ਵਿੱਚ ਜਿਹੜਾ ਥੋੜ੍ਹੀ ਬਹੁਤੀ ਗਲਾਵਟ ਰਹਿ ਜਾਏਗੀ ਉਹ ਬਣ ਜਾਏਗੀ। ਤੇ ਕੁਝ ਦੇਰ ਬਾਅਦ ਇਹਦਾ ਘੀ ਨਿਕਲ ਆਇਆ, ਪਾਲਕ ਤਿਆਰ ਹੋ ਗਈ ਤੇ ਅਸੀਂ ਇਹਦੇ ਵਿੱਚ ਪੀਸੇ ਹੋਏ ਜਿੰਨੇ ਮਸਾਲੇ ਐਡ ਕਰ ਦੇਵਾਂਗੇ। ਮੈਂ 1 ਚਮਚ ਇਹਦੇ ਵਿੱਚ ਗਰਮ ਮਸਾਲਾ ਐਡ ਕੀਤਾ ਹੈ, 1/2 ਚਮਚ ਜ਼ੀਰਾ ਪਾਊਡਰ ਤੇ 1/2 ਚਮਚ ਹੀ ਧਨੀਆ ਪਾਊਡਰ ਐਡ ਕੀਤਾ ਹੈ। ਤੇ ਉਸ ਤੋਂ ਬਾਅਦ ਇਹਨੂੰ ਅੱਛੇ ਤਰੀਕੇ ਨਾਲ ਅਸੀਂ ਮਿਕਸ ਕਰ ਲਾਂਗੇ। ਤੇ ਲੁੱਕ ਵੀ ਬਹੁਤ ਅੱਛੀ ਆ ਰਹੀ ਹੈ ਤੇ ਖੁਸ਼ਬੂ ਵੀ ਬਹੁਤ ਹੀ ਅੱਛੀ ਆ ਰਹੀ ਹੈ ਤੇ ਖਾਣੇ ਵਿੱਚ ਵੀ ਉਮੀਦ ਹੈ ਬਹੁਤ ਹੀ ਟੇਸਟੀ ਹੋਣਾ ਹੈ। ਤੁਸੀਂ ਵੀ ਜ਼ਰੂਰ ਟਰਾਈ ਕਰਨਾ। ਲਾਸਟ 'ਤੇ ਅਸੀਂ ਹਰੀ ਮਿਰਚ ਐਡ ਕਰ ਦਿੱਤੀ ਹੈ
ਤੇ ਇਹਨੂੰ ਬਸ ਹਲਕਾ ਜਿਹਾ ਮਿਕਸ ਕਰਨਾ ਹੈ, ਹਿਲਾਣਾ ਹੈ ਤੇ ਉਸ ਤੋਂ ਬਾਅਦ ਇਹਨੂੰ ਅਸੀਂ ਉਤਾਰ ਲੈਣਾ ਅੱਗ ਤੋਂ, ਕਿਉਂਕਿ ਸਾਡਾ ਜਿਹੜਾ ਪਾਲਕ ਗੋਸ਼ਤ ਹੈ ਉਹ ਰੈਡੀ ਹੋ ਚੁੱਕਿਆ ਹੈ। ਤੇ ਸਾਡਾ ਪਾਲਕ ਗੋਸ਼ਤ ਤੇ ਬਿਲਕੁਲ ਤਿਆਰ ਹੋ ਚੁੱਕਿਆ ਹੈ ਤੇ ਮੈਂ ਇਹਨੂੰ ਸਰਵ ਕਰ ਦਿੱਤਾ ਹੈ। ਉਮੀਦ ਹੈ ਤੁਹਾਨੂੰ ਰੈਸਪੀ ਅੱਛੀ ਲੱਗੀ ਹੋਏਗੀ ਤੇ ਤੁਸੀਂ ਵੀ ਜ਼ਰੂਰ ਬਣਾਓ ਆਪਣੀ ਕਿਚਨ 'ਚ ਤੇ ਮੈਨੂੰ ਦੱਸੋ ਕੈਸੀ ਬਣੀ ਹੈ। ਤੇ ਉਨੀ ਦੇਰ ਲਈ ਮੈਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼।